Hi, welcome to my YouTube channel. The lecture of today's topic is white blood cells or leukocytes or white blood corpuscles. Its short form is WBCs. ਸੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਲਿਊਕੋਸਾਈਟਸ ਜਾਂ ਵਾਈਟ ਬਲੱਡ ਸੈਲਸ ਜਾਂ ਵਾਈਟ ਬਲੱਡ ਕਾਰਪੂਸੈਲਸ ਦੇ ਬਾਰੇ ਪੜ੍ਹਨ ਜਾਵਾਂਗੇ। ਸੋ ਪਿਛਲੇ ਕੁਝ ਲੈਕਚਰ ਦੇ ਵਿੱਚ ਅਸੀਂ ਆਲਰੇਡੀ ਪੜ੍ਹ ਲਿਆ ਕਿ ਬਲੱਡ ਕੀ ਆ, ਬਲੱਡ ਦੇ ਕੰਪੋਨੈਂਟਸ ਕੀ ਆ ਅਤੇ ਬਲੱਡ ਪਲਾਜ਼ਮਾ ਅਤੇ ਫਾਰਮਡ ਐਲੀਮੈਂਟਸ ਦਾ ਬਣਿਆ ਹੋਇਆ। ਅਤੇ ਜਿਹੜੇ ਫਾਰਮਡ ਐਲੀਮੈਂਟਸ ਹੈ ਜਿਹਨੂੰ ਆਪਾਂ ਸੈਲੂਲਰ ਕੰਪੋਨੈਂਟ ਜਾਂ ਸੈੱਲ ਕੰਪੋਨੈਂਟ ਆਫ ਦਾ ਬਲੱਡ ਵੀ ਕਹਿੰਦੇ ਆ, ਉਹਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾ ਸਕਦਾ: RBCs, WBCs ਅਤੇ ਪਲੇਟਲੈਟਸ। ਸੋ ਇਸ ਡਾਇਗਰਾਮ ਤੋਂ ਕਲੀਅਰ ਹੈ ਫਾਰਮਡ ਐਲੀਮੈਂਟਸ ਜਿਹੜੇ ਆ ਫਰਦਰ ਡਿਵਾਈਡਡ ਇੰਟੂ ਲਿਊਕੋਸਾਈਟਸ, ਪਲੇਟਲੈਟਸ ਐਂਡ erythrocytes. Erythrocytes we have already covered in previous lecture. So in today's lecture we are going to cover leukocytes. Leukocytes ਹੁੰਦੇ ਕੀ ਆ, WBCs ਅਤੇ ਵਾਈਟ ਬਲੱਡ ਕਾਰਪੂਸੈਲਸ ਕੀ ਆ, ਇਹਨਾਂ ਬਾਰੇ ਅਸੀਂ ਇਸ ਲੈਕਚਰ ਦੇ ਵਿੱਚ ਪੜ੍ਹਾਂਗੇ। ਸੋ ਜਿਹੜਾ ਸੈਲੂਲਰ ਕੰਪੋਨੈਂਟ ਹੈ ਉਹ 45% ਆ ਹੋਲ ਬਲੱਡ ਦਾ। ਸੋ ਲੈਸ ਦੈਨ 1% ਜਿਹੜਾ ਆ ਉਹ ਬਣਿਆ ਹੁੰਦਾ ਪਲੇਟਲੈਟ ਅਤੇ ਲਿਊਕੋਸਾਈਟਸ ਦਾ, ਅਤੇ ਬਾਕੀ 45% ਜਿਹੜਾ ਹੈ ਮੇਨ ਉਹ ਇਰੀਥਰੋਸਾਈਟਸ ਰੈਡ ਬਲੱਡ ਸੈਲਸ ਦਾ ਬਣਿਆ ਹੁੰਦਾ। ਲਿਊਕੋਸਾਈਟ ਜਿਹੜਾ ਉਹਨੂੰ ਫਰਦਰ ਆਪਾਂ ਡਿਵਾਈਡ ਕਰ ਸਕਦੇ ਹਾਂ ਗ੍ਰੈਨੂਲੋਸਾਈਟਸ ਅਤੇ ਏਗ੍ਰੈਨੂਲੋਸਾਈਟਸ ਦੇ ਵਿੱਚ। ਸੋ ਨਾਮ 'ਤੇ ਪਤਾ ਚੱਲ ਰਿਹਾ ਉਹ ਵਾਲੇ ਸੈਲਸ ਜਿਨ੍ਹਾਂ ਦੇ ਵਿੱਚ ਗ੍ਰੈਨੂਲਸ ਪ੍ਰੈਜੈਂਟ ਹੈ, ਗ੍ਰੇਨਸ ਦਾਣੇਦਾਰ ਪ੍ਰੋਟੀਨਸ ਪ੍ਰੈਜੈਂਟ ਹੈ ਉਸ ਸੈਲਸ ਦੇ ਸਾਈਟੋਪਲਾਜ਼ਮਸ ਦੇ ਵਿੱਚ, ਉਹਨੂੰ ਆਪਾਂ ਗ੍ਰੈਨੂਲੋਸਾਈਟਸ ਕਹਾਂਗੇ। ਅਤੇ ਜਿਨ੍ਹਾਂ ਦੇ ਵਿੱਚ ਇਹ ਗ੍ਰੈਨੂਲਸ ਪ੍ਰੈਜੈਂਟ ਨਹੀਂ ਆ ਉਸ ਸੈਲਸ ਨੂੰ ਆਪਾਂ ਕਹਾਂਗੇ ਏ ਗ੍ਰੈਨੂਲੋਸਾਈਟਸ। ਨਾਮ ਤੋਂ ਪਤਾ ਚੱਲ ਰਿਹਾ A means nil, no, granules means grains, site means cells. ਸੋ ਉਹ ਵਾਲੇ ਸੈਲ ਜਿਨ੍ਹਾਂ ਵਿੱਚ ਗ੍ਰੈਨੂਲਸ ਪ੍ਰੈਜੈਂਟ ਨਹੀਂ ਆ, ਉਹਨਾਂ ਦੇ ਸਾਈਟੋਪਲਾਜ਼ਮ 'ਚ ਨਹੀਂ ਪ੍ਰੈਜੈਂਟ ਗ੍ਰੇਨਸ, ਉਹਨਾਂ ਨੂੰ ਏ ਗ੍ਰੈਨੂਲੋਸਾਈਟਸ ਆਪਾਂ ਕਹਾਂਗੇ। ਸੋ ਜਿੰਨੇ ਵੀ ਫਿਲਸ ਹੈ, ਫਿਲਸ ਦਾ ਮਤਲਬ ਹੁੰਦਾ ਟੂ ਲਵਿੰਗ ਜਾਂ ਲਵ। ਸੋ ਜਿੱਥੇ ਵੀ ਫਿਲਸ ਦੇ ਨਾਲ ਵਰਡ ਖਤਮ ਹੋਏਗਾ, ਜਿਵੇਂ ਨਿਊਟਰੋਫਿਲ, ਬੇਸੋਫਿਲ, ਈਓਜ਼ੀਨੋਫਿਲ, ਤਾਂ ਫਿਲ ਦਾ ਮਤਲਬ ਹੈ ਲਵ, ਅਤੇ ਲਵ ਦੇ ਰਾਸਤੇ ਵਿੱਚ ਹਮੇਸ਼ਾ ਪੱਥਰ ਹੋਣਗੇ ਤਾਂ ਉਹ ਕੀ ਹੋ ਗਏ, ਗ੍ਰੈਨੂਲਸ ਹੋ ਗਏ। ਸੋ ਫਿਲਸ ਦੇ ਨਾਲ ਹਮੇਸ਼ਾ ਗ੍ਰੈਨੂਲਸ ਵਰਡ ਆਏਗਾ, ਤਾਂ ਇਟ ਮੀਨ ਜਿਹੜੇ ਫਿਲ ਸੈਲਸ ਆ ਉਹ ਸਾਰੇ ਗ੍ਰੈਨੂਲੇਟਡ ਸੈਲਸ ਹੋਣਗੇ, ਗ੍ਰੈਨੂਲੋਸਾਈਟਸ ਹੋਣਗੇ। ਅਤੇ ਸਾਈਟਸ ਨਾਲ ਐਂਡਿੰਗ ਵਾਲੇ ਜਿੰਨੇ ਵੀ ਸੈਲਸ ਆ ਉਹ ਏ ਗ੍ਰੈਨੂਲੋਸਾਈਟਸ ਹੋਣਗੇ, ਉਹਨਾਂ ਵਿੱਚ ਗ੍ਰੈਨੂਲਸ ਪ੍ਰੈਜੈਂਟ ਨਹੀਂ ਹੋਏਗਾ। So coming to the brief introduction about white blood cells. White blood cells is also known as leukocytes. So white blood cells ਨੂੰ ਆਪਾਂ leukocytes ਵੀ ਕਹਿੰਦੇ ਆ। It accounts for only about 1% of the blood. Blood ਦਾ ਸਿਰਫ 1% ਹੀ white blood cells ਬਣਾਉਂਦੇ ਆ। ਇਹਨਾਂ ਦੀ ਗਿਣਤੀ 4500 ਤੋਂ ਲੈ ਕੇ 11000 ਕਿਊਬਿਕ ਮਿਲੀਮੀਟਰ ਹੁੰਦੀ ਹੈ। ਇੱਕ ਮਤਲਬ ਕਿ ਇੱਕ ਕਿਊਬਿਕ ਮਿਲੀਮੀਟਰ ਦੇ ਵਿੱਚ 4500 ਤੋਂ ਲੈ ਕੇ 11000 ਵਾਈਟ ਬਲੱਡ ਸੈਲਸ ਪ੍ਰੈਜੈਂਟ ਹੁੰਦੇ ਆ। ਦੇ ਆਰ ਦਾ ਸੈਲਸ ਦੈਟ ਮੇਕ ਅਪ ਦਾ ਮੈਜੋਰਟੀ ਆਫ ਦਾ ਇਮਿਊਨ ਸਿਸਟਮ। ਵਾਈਟ ਬਲੱਡ ਸੈਲਸ ਕੀ ਆ, ਸਰੀਰ ਦੀ ਪ੍ਰਤੀਰੋਧਕ क्षमता, ਕਿਸੇ ਬਿਮਾਰੀ ਜਾਂ ਕਿਸੇ ਕੀਟਾਣੂ ਜਾਂ ਵਿਸ਼ਾਣੂ ਨਾਲ ਲੜਨ ਵਾਸਤੇ ਜੋ ਹਿਊਮਨ ਬੋਡੀ ਦੀ ਸ਼ਕਤੀ ਆ ਉਹ ਇਹਨਾਂ ਵਾਈਟ ਬਲੱਡ ਸੈਲਸ ਕਰਕੇ ਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਆਪਾਂ ਬੋਡੀ ਦਾ ਡਿਫੈਂਸ ਮੈਕੈਨਿਜ਼ਮ ਵੀ ਕਹਿੰਦੇ ਆ, ਜਾਂ ਇਹਨਾਂ ਨੂੰ ਫਾਈਟਰ ਸੈਲਸ ਵੀ ਕਿਹਾ ਜਾਂਦਾ ਹਿਊਮਨ ਬੋਡੀ ਦੇ। ਇਟ ਇਜ਼ ਅ ਪਾਰਟ ਆਫ ਦਾ ਬੋਡੀ ਦੈਟ ਪ੍ਰੋਟੈਕਟ ਇਟਸੈਲਫ ਅਗੇਂਸਟ ਫੋਰਨ ਸਬਸਟੈਂਸਿਸ ਐਂਡ ਵੇਰੀਅਸ ਟਾਈਪਸ ਆਫ ਇਨਫੈਕਸ਼ਨਸ। ਸੋ ਇਹ ਬੋਡੀ ਹਿਊਮਨ ਬੋਡੀ ਨੂੰ ਬਾਹਰਲੇ ਸਬਸਟੈਂਸਿਸ ਅਤੇ ਜਿਵੇਂ ਕਿ ਪੈਥੋਜਨਸ, ਬੈਕਟੀਰੀਆ, ਵਾਇਰਸ, ਪੈਰਾਸਾਈਟਸ, ਉਹਨਾਂ ਤੋਂ ਬਚਾਉਂਦਾ, ਅਤੇ ਕਾਫੀ ਹੋਰ ਅਲੱਗ-ਅਲੱਗ ਤਰ੍ਹਾਂ ਦੇ ਇਨਫੈਕਸ਼ਨਸ ਤੋਂ ਜਿਹੜੇ ਆ WBC ਸੈਲਸ ਬਚਾਉਂਦੇ ਆ। ਸੋ ਇਹਦਾ ਮਤਲਬ ਕੀ ਹੈ, ਇਮਿਊਨ ਸਿਸਟਮ ਦੇ ਵਿੱਚ, ਇਮਿਊਨਿਟੀ ਦੇ ਵਿੱਚ ਜ਼ਿਆਦਾ ਰੋਲ ਪਲੇ ਕਰਦੇ ਆ। ਸੋ ਦੇ ਆਰ ਮੇਡ ਇਨ ਬੋਨ ਮੈਰੋ ਫਰੋਮ ਮਲਟੀ ਪੋਟੈਂਟ ਸੈਲਸ ਕਾਲਡ ਹੀਮੈਟੋਪੋਇਟਿਕ ਸਟੈਮ ਸੈਲਸ। ਸੋ RBCs ਦੀ ਤਰ੍ਹਾਂ ਹੀ WBC ਸੈਲਸ ਵੀ ਬੋਨ ਮੈਰੋ ਦੇ ਵਿੱਚ, ਹੱਡੀ ਦੇ ਅੰਦਰ ਜਿਹੜਾ ਸੋਫਟ ਸਪੰਜ ਟਿਸ਼ੂ ਹੁੰਦਾ ਉਹਦੇ ਵਿੱਚ ਬਣਦੇ ਆ ਹੀਮੈਟੋਪੋਇਟਿਕ ਸਟੈਮ ਸੈਲਸ ਤੋਂ। ਦੇ ਐਗਜ਼ਿਸਟ ਇਨ ਆਲ ਪਾਰਟ ਆਫ ਦਾ ਬੋਡੀ ਇਨਕਲੂਡਿੰਗ ਦਾ ਕਨੈਕਟਿਵ ਟਿਸ਼ੂ, ਲਿੰਫ ਸਿਸਟਮ ਐਂਡ ਬਲੱਡ ਸਟਰੀਮ। ਇਹ ਬੋਡੀ ਦੇ ਹਰੇਕ ਹਿੱਸੇ ਵਿੱਚ ਪਾਏ ਜਾਂਦੇ ਆ ਵਾਈਟ ਬਲੱਡ ਸੈਲਸ, ਖਾਸ ਕਰਕੇ ਕਨੈਕਟਿਵ ਟਿਸ਼ੂਜ਼ ਦੇ ਵਿੱਚ, ਲਿੰਫ ਸਿਸਟਮ ਦੇ ਵਿੱਚ ਅਤੇ ਬਲੱਡ ਸਟਰੀਮਸ ਦੇ ਵਿੱਚ WBCs ਦੀ ਜਿਹੜੀ ਆ ਤਾਦਾਦ ਪਾਈ ਜਾਂਦੀ ਹੈ। So leukopenia is the low white blood count that can be caused by damage to the bone marrow from things like medication, radiation or chemotherapy. Already ਮੈਂ previous lecture 'ਚ ਦੱਸਿਆ ਸੀਗਾ, ਜਦੋਂ ਵੀ word suffix word ਦੇ ਵਿੱਚ penia word use ਹੁੰਦਾ, it means less count ਜਾਂ decrease in
total number of that particular site. So leukopenia, leuko means WBC cells. So ਜਦੋਂ ਵੀ WBC ਦਾ ਸੈੱਲ ਦਾ ਕਾਊਂਟ ਘਟ ਜਾਏਗਾ ਉਹਨੂੰ ਆਪਾਂ ਉਸ ਲਈ ਆਪਾਂ ਟਰਮ ਯੂਜ਼ ਕਰਾਂਗੇ ਲਿਊਕੋਪੀਨੀਆ. ਸੋ ਜਦੋਂ ਵੀ ਬੋਨ ਮੈਰੋ ਦੇ ਉੱਤੇ ਕੋਈ ਪ੍ਰਭਾਵ ਪੈਂਦਾ, ਕੋਈ ਖਾਸ ਤਰ੍ਹਾਂ ਦੀ ਮੈਡੀਸਿਨ ਖਾ ਲਈ ਜਾਵੇ ਪੇਸ਼ੈਂਟ ਦੁਆਰਾ, ਜਾਂ ਕੋਈ ਰੇਡੀਏਸ਼ਨ ਦਾ ਜਾਂ ਕੀਮੋਥੈਰੇਪੀ ਦਾ ਪ੍ਰਭਾਵ ਹੋਵੇ, ਤਾਂ WBCs ਦਾ ਕਾਊਂਟ ਨੋਰਮਲ ਕਾਊਂਟ ਨਾਲੋਂ ਘੱਟ ਜਾਂਦਾ, ਤਾਂ ਉਸ ਕੰਡੀਸ਼ਨ ਆਪਾਂ ਲਿਊਕੋਪੀਨੀਆ ਕਹਿੰਦੇ ਹਾਂ. ਸਿਮਿਲਰਲੀ ਲਿਊਕੋਸਾਈਟੋਸਿਸ ਇਜ਼ a high white blood cell count that can be caused by a number of conditions, including various types of infections, inflammatory disease in the body. So leuko means WBCs, white blood cell, cytosis means increase in number. So ਇਸ condition ਦੇ ਵਿੱਚ ਕੀ ਆ, WBCs ਦਾ ਕਾਊਂਟ ਵੱਧ ਜਾਂਦਾ. ਸੋ ਮੋਸਟਲੀ ਇਨਫੈਕਸ਼ਨ ਜਾਂ ਇਨਫਲਾਮੇਟਰੀ ਡਿਸੀਜ਼ਜ਼ ਦੇ ਵਿੱਚ ਕੀ ਆ, ਲਿਊਕੋਸਾਈਟੋਸਿਸ ਪਾਇਆ ਜਾਂਦਾ. ਸੋ ਦੇ ਆਰ ਡਿਵਾਈਡਡ ਇਨਟੂ ਗ੍ਰੈਨੂਲੋਸਾਈਟਸ ਹੈਵਿੰਗ ਵਿਜ਼ੀਬਲ ਗ੍ਰੈਨੂਲਸ ਔਰ ਗ੍ਰੇਨਸ ਇਨਸਾਈਡ ਦਾ ਸੈੱਲ. ਸੋ ਲਿਊਕੋਸਾਈਟਸ ਨੂੰ ਫਰਦਰ ਕਲਾਸੀਫਾਈ ਕੀਤਾ ਜਾਂਦਾ ਗ੍ਰੈਨੂਲੋਸਾਈਟਸ ਦੇ ਵਿੱਚ ਜਾਂ ਇਹ ਗ੍ਰੈਨੂਲੋਸਾਈਟਸ ਦੇ ਵਿੱਚ. ਗ੍ਰੈਨੂਲਸ ਦਾ ਮਤਲਬ ਹੁੰਦਾ ਜਿਹੜਿਆ ਸਾਨੂੰ ਗ੍ਰੇਨਸ ਦਾਣੇਨੁਮਾ ਸਟਰਕਚਰ ਜਿਹੜੇ ਹੈਗੇ ਆ ਸੈਲਸ ਦੇ ਵਿੱਚ ਪਾਇਆ ਜਾਵੇ, ਉਹਨੂੰ ਆਪਾਂ ਉਸ ਗ੍ਰੈਨੂਲਸ ਦੀ ਪ੍ਰੈਜ਼ੈਂਸ ਕਰਕੇ ਸੈਲਸ ਨੂੰ ਗ੍ਰੈਨੂਲੋਸਾਈਟਸ ਕਹਿੰਦੇ ਆ. ਪਰ ਜੇ ਵਿਜ਼ੀਬਲ ਗ੍ਰੇਨਸ ਜਾਂ ਗ੍ਰੈਨੂਲਸ ਨਾ ਹੋਣ ਸੈੱਲ ਦੇ ਸਾਈਟੋਪਲਾਜ਼ਮ ਦੇ ਵਿੱਚ, ਤਾਂ ਉਸ ਸੈਲਸ ਨੂੰ ਆਪਾਂ ਇਹ ਗ੍ਰੈਨੂਲੋਸਾਈਟਸ ਕਹਾਂਗੇ. ਸੋ ਦੇਅਰ ਆਰ 5 ਮੇਨ ਟਾਈਪਸ ਆਫ WBCs: ਨਿਊਟ੍ਰੋਫਿਲਸ, ਈਓਜ਼ੀਨੋਫਿਲਸ, ਬੇਸੋਫਿਲਸ. ਸੋ ਜਿਹਨਾਂ ਵੀ ਸੈਲਸ ਦੇ ਪਿੱਛੇ ਫਿਲਸ ਲੱਗਾ ਆ, ਫਿਲ ਜਾਂ ਫਿਲਿਕ ਦਾ ਮਤਲਬ ਹੁੰਦਾ ਟੂ ਲਵਿੰਗ, ਲਵ. ਸੋ ਲਵ ਦੇ ਰਾਸਤੇ 'ਚ ਹਮੇਸ਼ਾ ਯਾਦ ਰੱਖੋ, ਇੱਕ ਕਹਾਵਤ ਹੈ ਕਿ ਹਮੇਸ਼ਾ ਪਿਆਰ ਦਾ ਰਸਤਾ, ਲਵ ਦਾ ਰਸਤਾ ਟਫ ਹੁੰਦਾ, ਤਾਂ ਉਹਦੇ 'ਚ ਪੱਥਰ ਹੋਣਗੇ, ਦਾ ਮਤਲਬ ਉਹ 'ਚ ਗ੍ਰੈਨੂਲਸ ਹੋਣਗੇ. ਸੋ ਜਿੰਨੇ ਵੀ ਸੈਲਸ ਦੇ ਨਾ ਐਂਡਿੰਗ ਫਿਲਸ ਨਾ ਹੋ ਰਹੀ ਆ, ਉਹ ਸਾਰੇ ਗ੍ਰੈਨੂਲੇਟਡ ਸੈਲਸ ਹੋਣਗੇ, ਗ੍ਰੈਨੂਲੋਸਾਈਟਸ ਹੋਣਗੇ. ਅਤੇ ਦੂਜੇ ਪਾਸੇ ਲਿੰਫੋਸਾਈਟਸ ਅਤੇ ਮੋਨੋਸਾਈਟਸ ਇਹ ਕੀ ਆ, ਨੋਨ ਗ੍ਰੈਨੂਲੇਟਡ ਜਾਂ ਇਹ ਗ੍ਰੈਨੂਲੇਟਡ WBCs ਹੋਣਗੇ. ਸੋ ਸਭ ਤੋਂ ਪਹਿਲਾਂ ਡਿਸਕਸ ਕਰੀਏ ਫਸਟ ਗ੍ਰੈਨੂਲੋਸਾਈਟਸ ਦੀ. ਇਟ ਇਜ਼ ਨਿਊਟ੍ਰੋਫਿਲ. ਸੋ ਨਿਊਟ੍ਰੋਫਿਲ ਨਾਮ ਤੋਂ ਪਤਾ ਚੱਲ ਰਿਹਾ, ਫਿਲ ਜਾਂ ਫਿਲਿਕ ਮੀਨਸ ਟੂ ਲਵਿੰਗ, ਨਿਊਟਰੋ ਮੀਨਸ ਨਿਊਟਰਲ. ਸੋ ਉਹ ਵਾਲੇ ਸੈਲਸ ਜਿਹੜੇ ਨਿਊਟਰਲ ਡਾਈ ਲਵਿੰਗ ਹੈ, ਠੀਕ ਹੈ, ਜਿਹੜੇ ਨਿਊਟਰਲ ਡਾਈ ਨੂੰ ਲਵ ਕਰਦੇ ਆ. ਮਤਲਬ ਨਿਊਟਰਲ ਡਾਈ ਵਿਚ ਇਜ਼ ਦਾ ਕੰਪੋਜੀਸ਼ਨ ਆਫ ਐਸਿਡਿਕ ਐਂਡ ਬੇਸਿਕ ਡਾਈ. ਦੋਨੋਂ ਐਸਿਡ ਅਤੇ ਬੇਸਿਕ ਡਾਈਜ਼ ਦੇ ਕੰਪੋਜੀਸ਼ਨ ਨਾਲ ਰਲ ਕੇ ਜਿਹੜੀ ਡਾਈ ਬਣਦੀ ਆ ਉਹਨੂੰ ਨਿਊਟਰਲ ਡਾਈ ਕਹਿੰਦੇ ਆ. ਸੋ ਇਹ ਨਿਊਟ੍ਰੋਫਿਲ ਜਿਹੜੇ ਹੈਗੇ ਆ ਨਿਊਟਰਲ ਡਾਈਜ਼ ਦੇ ਨਾਲ ਐਸਿਡ ਜਾਂ ਬੇਸਿਕ ਡਾਈਜ਼, ਦੋਨਾਂ ਡਾਈਜ਼ ਦੇ ਨਾਲ ਕੀ ਆ, ਰੰਗੇ ਜਾਂਦੇ ਆ ਅਤੇ ਈਜ਼ਲੀ ਪਛਾਣੇ ਜਾ ਸਕਦੇ ਆ ਮਾਈਕਰੋਸਕੋਪ ਦੀ ਹੈਲਪ ਦੇ ਨਾਲ. ਇਸ ਕਰਕੇ ਇਹਨਾਂ ਦਾ ਨਾਮ ਨਿਊਟ੍ਰੋਫਿਲ ਰੱਖਿਆ ਗਿਆ, ਕਿਉਂਕਿ ਨਿਊਟਰਲ ਡਾਈ ਦੇ ਨਾਲ ਰੰਗੇ ਜਾਂਦੇ ਆ. ਸੋ ਇਹਦੇ ਫੀਚਰਸ ਕੀ ਆ? ਮੋਸਟ ਕਾਮਨ ਟਾਈਪ ਆਫ ਵਾਈਟ ਬਲੱਡ ਸੈਲਸ ਅਕਾਊਂਟ ਫॉर 62% ਆਫ ਦ ਲਿਊਕੋਸਾਈਟਸ. ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਵਾਈਟ ਬਲੱਡ ਸੈੱਲ ਹੈ ਹਿਊਮਨ ਬੋਡੀ ਦੇ ਵਿੱਚ, ਅਤੇ ਇਹਦੀ ਪਰਸੈਂਟੇਜ 62% ਹੈ. ਮਤਲਬ ਟੋਟਲ WBCs ਦੇ ਵਿੱਚੋਂ 62% ਇਹਨਾਂ ਦੀ ਹੀ ਗਿਣਤੀ ਹੁੰਦੀ ਹੈ. ਮਲਟੀ ਲੋਬ ਨਿਊਕਲੀਅਸ ਪ੍ਰੈਜੈਂਟ. ਜਿਹੜਾ ਨਿਊਕਲੀਅਸ ਹੈ ਉਹ ਮਲਟੀ ਲੋਬਡ ਹੈ, ਉਹਦੇ 'ਚ 2 ਜਾਂ 3 ਤੋਂ ਵੱਧ ਲੋਬਸ ਜਿਹੜੀਆਂ ਪ੍ਰੈਜੈਂਟ ਹੋ ਸਕਦੀਆਂ. ਕੰਟੇਨ ਵੈਰੀ ਫਾਈਨ ਸਾਈਟੋਪਲਾਜ਼ਮਿਕ ਗ੍ਰੈਨੂਲਸ. ਅਤੇ ਇਹਦੇ ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੇ ਗ੍ਰੈਨੂਲਸ ਦਾਣੇ ਜੇ ਪ੍ਰੈਜੈਂਟ ਹੁੰਦੇ ਆ. ਪੂਰੇ ਦਾ ਪੂਰਾ ਸਾਈਟੋਪਲਾਜ਼ਮ ਗ੍ਰੈਨੂਲੇਟਡ ਹੁੰਦਾ. ਸੋ ਇਹਨਾਂ ਦਾ ਜਿਹੜਾ ਕਾਊਂਟ ਹੈ 2000 to 700-500 ਸੈਲਸ ਪਰ ਕਿਊਬਿਕ ਮੀਟਰ. 2000 ਤੋਂ ਲੈ ਕੇ 7500 ਸੈੱਲ ਦਾ ਕਾਊਂਟ ਪਰ ਕਿਊਬਿਕ ਮੀਟਰ ਦੇ ਵਿੱਚ ਹੋ ਸਕਦਾ. ਸੋ ਇਹ ਮੀਡੀਅਮ ਸਾਈਜ਼ ਵਾਈਟ ਬਲੱਡ ਸੈਲਸ ਹੈ. ਇਹਨਾਂ ਦਾ ਦੂਸਰਾ ਨਾਮ ਪੋਲੀਮੋਰਫੋ ਨਿਊਕਲੀਅਰ ਸੈਲਸ ਵੀ ਹੈ, ਬਿਕੋਜ਼ ਦੇ ਹੈਵ ਏ ਵਰਾਇਟੀ ਆਫ ਨਿਊਕਲੀਅਰ ਸ਼ੇਪਸ. ਵਾਈਟ ਬਲੱਡ ਸੈਲਸ ਨੂੰ ਆਪਾਂ ਪੋਲੀਮੋਰਫੋ ਨਿਊਕਲੀਅਰ ਸੈਲਸ ਵੀ ਕਹਿ ਦਿੰਦੇ ਹਾਂ, ਜਾਂ ਨਿਊਟ੍ਰੋਫਿਲ ਨੂੰ ਪੋਲੀਮੋਰਫੋ ਨਿਊਕਲੀਅਰ ਸੈਲਸ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹਦੇ ਵਿੱਚ ਜਿਹੜਾ ਨਿਊਕਲੀਅਸ ਪ੍ਰੈਜੈਂਟ ਹੈ ਸੈੱਲ ਦਾ, ਉਹਦੀਆਂ ਸ਼ੇਪਸ ਜਿਹੜੀਆਂ ਬਹੁਤ ਜ਼ਿਆਦਾ ਡਿਫਰੈਂਟ ਹੋ ਸਕਦੀਆਂ. ਪੋਲੀ ਮੀਨਸ ਇੱਕ ਤੋਂ ਜ਼ਿਆਦਾ, ਮੋਰਫੋ ਮੀਨਸ ਸਟਰਕਚਰ ਮੋਰਫੋਲੋਜੀ ਤੋਂ ਬਣਿਆ, ਨਿਊਕਲੀਅਰ ਮੀਨਸ ਨਿਊਕਲੀਅਸ. ਸੋ ਜਦੋਂ ਇੱਕ ਤੋਂ ਵੱਧ ਤਰ੍ਹਾਂ ਦੇ ਨਿਊਕਲੀਅਸ ਪਾਏ ਜਾਣ, ਮਲਟੀ ਲੋਬ, ਬਾਈ ਲੋਬ, ਟਰਾਈ ਲੋਬਡ, ਤਾਂ ਉਸ ਨਿਊਕਲੀਅਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਨਿਊਟ੍ਰੋਫਿਲ ਹੈ. ਸੋ ਇਹਦਾ ਡਾਇਆਮੀਟਰ 10 to 12 ਮਾਈਕਰੋਮੀਟਰ ਹੁੰਦਾ. ਲਾਈਫ ਸਪੈਨ ਆਫ ਦਾ ਨਿਊਟ੍ਰੋਫਿਲ ਇਜ਼ 6 hours to few days. ਸੋ 6 ਘੰਟੇ ਤੋਂ ਲੈ ਕੇ ਕੁਛ ਦਿਨਾਂ ਤੱਕ ਇਹ ਬੋਡੀ ਦੇ ਵਿੱਚ ਸਰਵਾਈਵ ਕਰ ਸਕਦਾ. Main function of neutrophil is it's the first responder to any type of infection or inflammation, kills bacteria through the process of phagocytosis, have the ability to kill many bacteria at the same time. So ਪਹਿਲਾ ਰਿਸਪੌਂਸ ਦੇਣ ਵਾਲਾ ਡਿਫੈਂਸ ਸੈੱਲ ਜਿਹੜਾ ਇਨਫੈਕਸ਼ਨ ਦੇ ਅਗੇਂਸਟ ਲੱਗਦਾ ਉਹ ਨਿਊਟ੍ਰੋਫਿਲ ਦੀ ਹੈ. ਜਦੋਂ ਵੀ ਸਾਡੀ ਬੋਡੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਇਨਫੈਕਸ਼ਨ ਹੁੰਦਾ, ਅਤੇ ਬੈਕਟੀਰੀਆ ਨੂੰ, ਬਹੁਤ ਸਾਰੇ ਬੈਕਟੀਰੀਆ ਨੂੰ ਇੱਕੋ ਟਾਈਮ 'ਤੇ ਖ਼ਤਮ ਕਰ ਸਕਦਾ, ਅਤੇ ਉਹ ਖ਼ਤਮ ਕਰਦਾ ਫੈਗੋਸਾਈਟੋਸਿਸ ਪ੍ਰਕਿਰਿਆ ਦੇ ਨਾਲ. ਫੈਗੋ ਮੀਨਸ ਹੁੰਦਾ ਟੂ ਈਟ, ਸਾਈਟੋ ਮੀਨਸ ਸੈਲਸ. ਜਦੋਂ
ਇਹ ਦੂਸਰੇ ਇਨਫੈਕਟਿਵ ਸੈਲਸ ਨੂੰ, ਪੈਥੋਜਨਸ ਨੂੰ ਖਾਵੇ, ਉਸ ਨੂੰ ਆਪਾਂ ਫੈਗੋਸਾਈਟੋਸਿਸ ਕਹਿੰਦੇ ਆ। ਸੋ ਨਿਊਟ੍ਰੋਫਿਲ ਕੀ ਆ, ਫੈਗੋਸਾਈਟੋਸਿਸ ਪ੍ਰੋਸੀਜਰ ਜਾਂ ਪ੍ਰੋਸੈਸ ਫੋਲੋ ਕਰਕੇ ਬੈਕਟੀਰੀਆ ਜਾਂ ਵਾਇਰਸਿਸ ਨੂੰ ਰਿਮੂਵ ਕਰ ਦਿੰਦਾ। ਸੋ ਅਗੇਨ ਟਰਮ ਨਿਊਟਰੋਸਾਈਟੋਸਿਸ ਅਤੇ ਨਿਊਟਰੋਪੀਨੀਆ, ਜਦੋਂ ਨਿਊਟਰੋਸਾਈਟੋਸਿਸ ਮੀਨਸ ਜਦੋਂ ਨਿਊਟਰੋਫਿਲਸ ਦਾ ਕਾਊਂਟ ਨੋਰਮਲ ਕਾਊਂਟ ਨਾਲੋਂ ਬਾਡੀ 'ਚ ਵੱਧ ਜਾਵੇ ਤਾਂ ਟਰਮ ਯੂਜ਼ ਹੋਏਗੀ ਨਿਊਟਰੋਸਾਈਟੋਸਿਸ ਜਾਂ ਨਿਊਟਰੋਫੀਲੀਆ। ਫਿਲਿਕ ਫਾਈਲ ਦਾ ਮਤਲਬ ਹੁੰਦਾ ਟੂ ਲਵਿੰਗ। ਸੋ ਉਹ ਵਾਲੀ ਕੰਡੀਸ਼ਨ ਜਿਹਦੇ ਵਿੱਚ ਕੀ ਆ, ਨਿਊਟਰੋਫਿਲਸ ਦਾ ਕਾਊਂਟ ਵਧਿਆ ਹੋਇਆ ਹੈ, ਉਹਨੂੰ ਆਪਾਂ ਨਿਊਟਰੋਫੀਲੀਆ ਜਾਂ ਨਿਊਟਰੋਸਾਈਟੋਸਿਸ ਕਹਾਂਗੇ। ਅਤੇ ਨਿਊਟਰੋਸਾਈਟੋਪੀਨੀਆ ਉਹਦਾ ਬਿਲਕੁਲ ਉਲਟਾ, ਜਦੋਂ ਨੋਰਮਲ ਨਿਊਟਰੋਫਿਲ ਕਾਊਂਟ ਜਿਹੜਾ ਹੈ ਬਾਡੀ ਦੇ ਵਿੱਚ ਘੱਟ ਜਾਵੇ, ਉਹਨੂੰ ਉਸ ਕੰਡੀਸ਼ਨ ਨੂੰ ਆਪਾਂ ਨਿਊਟਰੋਸਾਈਟੋਪੀਨੀਆ ਕਹਿੰਦੇ ਹਾਂ। ਸੋ ਇਹ ਡਾਇਗਰਾਮ ਸਾਨੂੰ ਦਿਖਾ ਰਹੀ ਆ 3 ਡਾਇਮੈਂਸ਼ਨਲ ਸਟਰਕਚਰ ਨਿਊਟਰੋਫਿਲਸ ਦਾ। ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ 3 ਲੋਬਸ ਬਣੀਆਂ ਹੋਈਆਂ ਆ, ਇਸ ਕਰਕੇ ਮਲਟੀ ਲੋਬ ਨਿਊਕਲੀਅਸ ਹੈ ਨਿਊਟਰੋਫਿਲ ਦਾ। ਇਹਦੀ ਖਾਸ ਕਰੈਕਟਰਿਸਟਿਕਸ ਇਹਦੀ ਪਛਾਣ ਹੈ। ਅਤੇ ਇਹਦੇ ਸਾਈਟੋਪਲਾਜ਼ਮ ਦੇ ਵਿੱਚ ਦੇਖਾਂਗੇ ਸਾਨੂੰ ਦਾਣੇਦਾਰ ਸਟਰਕਚਰ ਜਿਹੜੇ ਨਜ਼ਰ ਆਉਂਦੇ ਆ। ਇਹ ਦਾਣੇਦਾਰ ਸਟਰਕਚਰ ਇੱਕ ਇਹਨਾਂ ਦੀ ਨੇਚਰ ਕੀ ਹੁੰਦੀ ਹੈ, ਪ੍ਰੋਟੀਨ ਹੈ। ਸੋ ਇੱਕ ਅਨਦਰ ਡਾਇਗਰਾਮ ਸ਼ੋ ਕਰ ਰਹੀ ਆ, ਜਿਹੜੇ ਆਪਾਂ ਮਾਈਕਰੋਸਕੋਪ ਦੇ ਅੰਦਰ ਆਫਟਰ ਡਾਈਇੰਗ ਦਾ ਨਿਊਟਰੋਫਿਲ ਦੇਖ ਸਕਦੇ ਹਾਂ। ਸੋ ਇਟ ਇਜ਼ ਏ ਮਲਟੀ ਲੋਬ ਸੈਲਸ, ਦਾ ਸੈੱਲ ਵਿਦ ਮਲਟੀ ਲੋਬ ਨਿਊਕਲੀਅਸ। ਸੋ ਇਹਦਾ ਜਿਹੜਾ ਨਿਊਕਲੀਅਸ ਹੈਗਾ ਉਹਦੇ ਵਿੱਚ ਮਲਟੀਪਲ ਲੋਬਸ ਦਿਖਾਈ ਦੇ ਰਹੀਆਂ, 3 ਜਾਂ 4 ਲੋਬਸ ਦਿਖਾਈ ਦੇਣਗੀਆਂ। ਸੋ ਸਾਈਟੋਪਲਾਜ਼ਮ ਦੇ ਵਿੱਚ ਕੀ ਆ, ਡਾਟਸ ਜਾਂ ਗ੍ਰੈਨਿਊਲਸ ਦਾਣੇਦਾਰ ਸਟਰਕਚਰ ਜਿਹੜੇ ਆ ਸਾਨੂੰ ਨਜ਼ਰ ਆਉਂਦੇ ਆ। ਸੋ ਨੈਕਸਟ ਗ੍ਰੈਨੂਲੋਸਾਈਟ ਇਜ਼ ਦਾ ਈਓਜ਼ੀਨੋਫਿਲ। ਸੋ ਨਾਮ ਤੋਂ ਪਤਾ ਚੱਲ ਰਿਹਾ ਫਿਲ ਮੀਨਸ ਲਵਿੰਗ, ਈਓਜ਼ਿਨ ਇੱਕ ਡਾਈ ਹੁੰਦੀ ਹੈ ਵਿਚ ਇਜ਼ ਐਸਿਡਿਕ ਇਨ ਨੇਚਰ। ਸੋ ਉਹ ਵਾਲੇ ਸੈਲਸ ਜਿਹੜੇ ਐਸਿਡ ਲਵਿੰਗ ਹੋਣ, ਐਸਿਡ ਲਵਿੰਗ ਸੈਲਸ ਹੋਣ ਜਿਹੜੇ ਐਸਿਡਿਕ ਡਾਈ ਦੇ ਨਾਲ ਰੰਗੇ ਜਾਣ। ਸੋ ਇਹਨਾਂ ਦਾ ਅਕਾਊਂਟ 40 to 400 ਸੈਲਸ ਪਰ ਕਿਊਬਿਕ mm³ ਹੈ। ਇਹਦਾ ਨਿਊਕਲੀਅਸ ਦੇ ਹੈਵ ਅ ਲਾਰਜ ਗ੍ਰੈਨੂਲਸ, ਗ੍ਰੈਨੂਲਸ ਦਾ ਸਾਈਜ਼ ਜ਼ਿਆਦਾ ਬੜਾ ਹੁੰਦਾ। ਨਿਊਕਲੀਅਸ ਇਜ਼ ਡਿਵਾਈਡਡ ਇੰਟੂ 2 ਲੋਬਡ। ਇਹਦੇ ਵਿੱਚ ਨਿਊਕਲੀਅਸ ਜਿਹੜਾ ਹੈਗਾ ਇਹਦੀਆਂ 2 ਲੋਬਸ ਹੋਣਗੀਆਂ, ਜਿਹਨੂੰ ਆਪਾਂ ਬਾਈ ਲੋਬਡ ਕਹਿ ਦਿੰਦੇ ਹਾਂ। ਅਤੇ ਦੋਨੋਂ ਲੋਬਸ ਜਿਹੜੀਆਂ ਆਪਸ ਦੇ ਨਾਲ ਇੱਕ ਥਿਨ ਜੇ ਧਾਗੇ ਦੇ ਨਾਲ, ਜਿਹੜਾ ਕਿ ਕ੍ਰੋਮੈਟਿਨ ਪ੍ਰੋਟੀਨ ਦਾ ਬਣਿਆ ਹੁੰਦਾ, ਉਹਦੇ ਨਾਲ ਜੁੜੀਆਂ ਹੁੰਦੀਆਂ। ਸੋ ਨਿਊਕਲੀਅਸ ਇਜ਼ ਡਿਵਾਈਡਡ ਇੰਟੂ 2 ਲੋਬਸ, ਬਾਈ ਲੋਬ ਨਿਊਕਲੀਅਸ ਕਨੈਕਟਡ ਵਿਦ ਅ ਕ੍ਰੋਮੈਟਿਨ ਥ੍ਰੈਡ। diameter of eosinophil is 10 to 12 micrometer. Its percentage is 2.3. So whole WBCs ਦਾ ਸਿਰਫ 2.3% ਹੀ eosinophils present ਹੁੰਦੇ ਆ, ਅਤੇ ਲਾਈਫ ਸਪੈਨ ਇਹਨਾਂ ਦਾ 8 ਤੋਂ 12 ਦਿਨ ਹੋ ਸਕਦਾ। ਸੋ ਵਟ ਆਰ ਦਾ ਮੇਨ ਫੰਕਸ਼ਨਸ ਕੀ ਹੈ eosinophils ਦੇ? ਇਟ ਕਿਲਸ ਪੈਰਾਸਾਈਟਸ ਐਂਡ ਹੈਵ ਏ ਰੋਲ ਇਨ ਐਲਰਜਿਕ ਰਿਐਕਸ਼ਨ, ਪੈਰਾਸਿਟਿਕ ਇਨਫੈਕਸ਼ਨ ਐਂਡ ਐਸਥਮਾ। ਸੋ ਜਦੋਂ ਵੀ ਕੋਈ ਐਲਰਜਿਕ ਰਿਐਕਸ਼ਨ ਹਿਊਮਨ ਬੋਡੀ ਵਿੱਚ ਹੁੰਦੀ ਹੈ ਤਾਂ eosinophils ਜਿਹੜੇ ਹੈਗੇ ਆ ਉਹ ਉਸ ਐਲਰਜਿਕ ਰਿਐਕਸ਼ਨ ਨੂੰ ਘਟਾਉਣ ਵਿੱਚ ਆਪਣਾ ਰੋਲ ਪਲੇ ਕਰਦੇ ਆ, ਜਾਂ ਕੋਈ ਪੈਰਾਸਿਟਿਕ ਇਨਫੈਕਸ਼ਨ ਹੋ ਜਾਏ ਜਾਂ ਐਸਥਮੈਟਿਕ ਕੰਡੀਸ਼ਨਸ ਦੇ ਵਿੱਚ ਵੀ ਕੀ ਹੈ eosinophils ਰੋਲ ਪਲੇ ਕਰਦੇ ਆ। ਸੋ eosinophils ਕੀ ਗ੍ਰੈਨੂਲਸ ਜਿਹੜੇ ਹੈਗੇ ਆ ਉਹ ਖਾਸ ਤਰ੍ਹਾਂ ਦਾ ਟੌਕਸਿਨ ਪ੍ਰੋਡਿਊਸ ਕਰਦੇ ਆ, ਜਿਹੜੇ ਇਸ ਪੈਰਾਸਿਟਿਕ ਇਨਫੈਕਸ਼ਨ ਨੂੰ ਅਤੇ ਐਲਰਜਿਕ ਰਿਐਕਸ਼ਨ ਨੂੰ ਖਤਮ ਕਰ ਦਿੰਦੇ ਆ। ਅਗੇਨ ਅਸੀਂ ਟਰਮ ਯੂਜ਼ ਕਰਾਂਗੇ ਈਓਜ਼ਿਨੋਸਾਈਟੋਸਿਸ ਜਾਂ ਈਓਜ਼ਿਨੋਫੀਲੀਆ। ਸੋ ਉਹ ਵਾਲੀ ਕੰਡੀਸ਼ਨਸ ਜਿਹੜੀਆਂ ਜਿਨ੍ਹਾਂ ਦੇ ਵਿੱਚ ਈਓਸਿਨ ਦਾ ਕਾਊਂਟ ਵੱਧ ਜਾਵੇ ਉਹਨੂੰ ਈਓਜ਼ਿਨੋਸਾਈਟੋਸਿਸ ਜਾਂ ਈਓਜ਼ਿਨੋਫੀਲੀਆ ਕਹਾਂਗੇ, ਜਾਂ ਜਿਸ ਕੰਡੀਸ਼ਨ ਦੇ ਵਿੱਚ ਈਓਸਿਨ ਦਾ ਕਾਊਂਟ ਨੋਰਮਲ ਕਾਊਂਟ ਨਾਲੋਂ ਘੱਟ ਜਾਏ ਉਹਨੂੰ ਈਓਜ਼ਿਨੋਸਾਈਟੋਪੀਨੀਆ ਟਰਮ ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਸੋ ਇਹ ਅਗੇਨ 3 ਡਾਇਮੈਂਸ਼ਨਲ ਸਟਰਕਚਰ ਹੈ। ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਨਿਊਕਲੀਅਸ ਪ੍ਰੈਜੈਂਟ ਹੈ ਈਓਜ਼ਿਨੋਫਿਲ ਦੇ ਵਿੱਚ ਉਹ ਬਾਈ ਲੋਬ 2 ਲੋਬਸ ਹੈ, ਅਤੇ 2 ਲੋਬਸ ਛੋਟੇ ਜਿਹੇ ਕ੍ਰੋਮੈਟਿਨ ਥ੍ਰੈਡਸ ਦੇ ਨਾਲ ਆਪਸ 'ਚ ਜੁੜੀਆਂ ਹੋਈਆਂ। ਅਤੇ ਇਹਦੇ ਜਿਹੜੇ ਗ੍ਰੈਨੂਲਸ ਆ ਸਾਈਟੋਪਲਾਜ਼ਮ ਦੇ ਵਿੱਚ ਉਹ ਜ਼ਿਆਦਾ, ਉਹਨਾਂ ਦਾ ਸਾਈਜ਼ ਜ਼ਿਆਦਾ ਬੜਾ ਹੈ, ਅਤੇ ਪੂਰੇ ਸਾਈਟੋਪਲਾਜ਼ਮ ਦੇ ਵਿੱਚ ਗ੍ਰੈਨੂਲਸ ਪ੍ਰੈਜੈਂਟ ਹੈ। ਸੋ ਅਗਲੀ ਸਲਾਈਡ ਵੀ ਸਾਨੂੰ ਦਿਖਾ ਰਹੀ ਹੈ, ਡਿਪਿਕਟ ਕਰ ਰਹੀ ਹੈ eosinophils। ਇਹਦੇ ਵਿੱਚ ਬਾਈਲੋਬ ਸਟਰਕਚਰ ਵਿਚ ਇਜ਼ ਜੁਆਇੰਡ, ਬਾਈਲੋਬ ਸਟਰਕਚਰ ਆਫ ਨਿਊਕਲੀਅਸ ਇਜ਼ ਜੁਆਇੰਡ ਬਾਈ ਕ੍ਰੋਮੈਟਿਨ ਫਾਈਬਰ, ਅਤੇ ਇਟ ਹੈਜ਼ ਅ ਗ੍ਰੈਨੂਲਸ ਇਨ ਆਲ ਓਵਰ ਦਾ ਸਾਈਟੋਪਲਾਜ਼ਮ। ਸੋ ਇਸ ਬਾਈਲੋਬ ਸਟਰਕਚਰ ਤੋਂ eosinophils ਨੂੰ ਈਜ਼ੀਲੀ ਪਛਾਣਿਆ ਜਾ ਸਕਦਾ। ਨੈਕਸਟ ਗ੍ਰੈਨੂਲੋਸਾਈਟ ਇਜ਼ ਦਾ ਬੇਸੋਫਿਲ। ਸੋ ਨਾਮ ਤੋਂ ਪਤਾ ਚੱਲ ਰਿਹਾ ਬੇਸੋ ਮੀਨਸ ਬੇਸਿਕ ਡਾਈ, ਫਿਲ ਮੀਨਸ ਲਵਿੰਗ। ਸੋ ਉਹ ਵਾਲੇ ਸੈੱਲ ਜਿਹੜੇ ਬੇਸਿਕ ਡਾਈ ਨੂੰ ਲਵ ਕਰਦੇ ਆ ਉਹਨੂੰ ਆਪਾਂ ਬੇਸੋਫਿਲਿਕ ਸੈੱਲਸ ਕਹਾਂਗੇ। ਸੋ ਕਲਰਫੁਲ ਵੈਨ ਸਟੇਨ ਐਂਡ ਲੌਕਡ ਐਟ ਅੰਡਰ ਦਾ ਮਾਈਕਰੋਸਕੋਪ। ਸੋ ਬੜੇ ਕਲਰਫੁਲ ਤਰੀਕੇ ਦੇ ਨਾਲ ਰੰਗੇ ਜਾਂਦੇ ਆ ਅਤੇ ਮਾਈਕਰੋਸਕੋਪ ਦੇ ਨੀਚੇ ਈਜ਼ਲੀ ਪਛਾਣੇ ਜਾ ਸਕਦੇ ਆ। ਦੇ ਹੈਵ ਏ ਪੇਲ ਨਿਊਕਲੀਅਸ ਦੈਟ ਇਜ਼ ਯੂਜ਼ਲੀ ਹਿਡਨ ਬਾਈ ਗ੍ਰੈਨੂਲਸ। ਅਤੇ ਜਿਹਨਾਂ ਦਾ ਨਿਊਕਲੀਅਸ ਹੈਗਾ
ਬੇਸੋਫਿਲ ਦਾ ਉਹ ਬਹੁਤ ਹਲਕੇ ਜਿਹੇ ਰੰਗ ਦਾ ਫਿੱਕਾ ਜਿਹਾ ਰੰਗਿਆ ਹੁੰਦਾ ਅਤੇ ਮੋਸਟਲੀ ਗ੍ਰੈਨਿਊਲਸ ਦੇ ਪਿੱਛੇ ਲੁਕਿਆ ਹੁੰਦਾ। ਸੋ ਇਹਦਾ ਜਿਹੜਾ ਨਿਊਕਲੀਅਸ ਹੈ ਉਹ ਬਾਈਲੋਬਡ ਔਰ ਟਰਾਈਲੋਬਡ ਔਰ ਕਿਡਨੀ ਸ਼ੇਪ ਨਿਊਕਲੀਅਸ ਪ੍ਰੈਜੈਂਟ। ਸੋ ਇਹਦਾ ਜਿਹੜਾ ਨਿਊਕਲੀਅਸ ਹੈ ਉਹ ਬਾਈਲੋਬ ਹੋ ਸਕਦਾ, 2 ਲੋਬਸ ਪ੍ਰੈਜੈਂਟ ਹੋ ਸਕਦੀਆਂ, 3 ਹੋ ਸਕਦੀਆਂ, ਜਾਂ ਉਹ ਫਿਊਜ਼ ਹੋ ਕੇ ਕਿਡਨੀ ਸ਼ੇਪ ਜਾਂ ਹਾਰਸ ਸ਼ੂ ਸ਼ੇਪ ਜਿੱਦਾਂ ਦਾ ਘੋੜੇ ਦਾ ਖੁਰ ਹੈ ਉਸ ਦੇ ਆਕਾਰ ਦਾ ਨਿਊਕਲੀਅਸ ਜਿਹੜਾ ਨਜ਼ਰ ਆਉਂਦਾ। ਸੋ ਡਾਇਆਮੀਟਰ ਬੇਸੋਫਿਲ ਦਾ 12 ਤੋਂ 15 ਮਾਈਕਰੋਮੀਟਰ ਹੋ ਸਕਦਾ ਅਤੇ ਇਹਦਾ ਇਹ ਸਿਰਫ 0.4% ਟੋਟਲ WBCs ਦੀ ਪਰਸੈਂਟੇਜ ਹੈ ਇਹਨਾਂ ਦਾ ਕਾਊਂਟ। ਅਤੇ ਲਾਈਫ ਸਪੈਨ ਜਿਹੜਾ ਇਹਦਾ ਕੁਛ ਘੰਟਿਆਂ ਤੋਂ ਲੈ ਕੇ ਕੁਛ ਦਿਨ ਤੱਕ ਦਾ ਹੋ ਸਕਦਾ। ਸੋ ਲਾਈਫ ਸਪੈਨ ਇਜ਼ ਫਰੋਮ few hours to few days. So main function of basophil is it functions in allergic reaction. So allergic reactions ਦੇ ਵਿੱਚ ਇਹਨਾਂ ਦਾ ਰੋਲ ਨੂੰ ਘਟਾਉਣ 'ਚ ਰੋਲ ਪਲੇ ਕਰਦੇ ਆ। So basophil secretes anticoagulants and antibodies against the hypersensitivity reactions in the bloodstream. So hypersensitive reactions ਜਾਂ allergic reactions ਦੇ ਵਿੱਚ ਕੀ ਹੈ anticoagulant ਜਾਂ antibodies ਨੂੰ release ਕਰਦਾ। Basophils contain histamines which dilates the vessels to bring more immune cells to area of injury. So basophils ਜਿਹੜਾ ਮੇਨ ਬਾਇਓਮੋਲੀਕੂਲ ਰਿਲੀਜ਼ ਕਰਦਾ ਉਸ ਦਾ ਨਾਮ ਹੈ ਹਿਸਟਾਮੀਨ। ਸੋ ਹਿਸਟਾਮੀਨ ਕੀ ਕਰਦਾ ਆ ਬਲੱਡ ਵੈਸਲਸ ਨੂੰ ਡਾਇਲੇਟ ਕਰ ਦਿੰਦਾ, ਉਹਨਾਂ ਦਾ ਲਿਊਮਨ ਸਾਈਜ਼ ਉਹਨਾਂ ਦਾ ਡਾਇਆਮੀਟਰ ਨੂੰ ਵਧਾ ਦਿੰਦਾ, ਜਿਹਦੇ ਨਾਲ ਕੀ ਆ ਇਮਿਊਨ ਸੈਲਸ ਦੀ ਜਿਹੜੀ ਭਰਤੀ ਆ ਇੰਜਰੀ ਦੀ ਸਾਈਡ 'ਤੇ ਜ਼ਿਆਦਾ ਵੱਧ ਜਾਂਦੀ ਹੈ। ਸੋ basophil also secrete natural heparin which is anticoagulant that promotes mobility of other WBC by preventing clotting. So basophil ਦੀ ਜਿਹੜੇ ਮੇਨ ਫੀਚਰ ਹੈਗਾ ਉਹ ਨੈਚੁਰਲ ਹੈਪਰਿਨ ਨੂੰ ਰਿਲੀਜ਼ ਕਰਦੇ ਆ। ਹੈਪਰਿਨ ਇੱਕ ਐਂਟੀਕੋਗੂਲੈਂਟ ਹੈ। ਐਂਟੀਕੋਗੂਲੈਂਟ ਉਹ ਚੀਜ਼ ਹੁੰਦੀ ਹੈ ਜਿਹੜੀ ਬਲੱਡ ਨੂੰ ਜੰਮਣ ਨਹੀਂ ਦਿੰਦੀ, ਉਹਨੂੰ ਆਪਾਂ ਐਂਟੀਕੋਗੂਲੈਂਟ ਕਹਿੰਦੇ ਹਾਂ। So basophil majorly have a role in allergic reaction, parasitic infection and asthma. So basophil ਜਿਹੜਾ ਹੈਗਾ ਆ allergic reactions ਦੇ ਵਿੱਚ, parasitic infections ਅਤੇ asthma ਨੂੰ ਦੂਰ ਕਰਨ ਵਿੱਚ ਰੋਲ ਪਲੇ ਕਰਦਾ। So this is diagram shows the 3D structure of basophil. So ਇਹਦੇ 'ਚ ਨਜ਼ਰ ਆ ਰਿਹਾ ਬਾਈਲੋਬਡ ਹੋ ਸਕਦਾ, ਮਲਟੀ ਲੋਬਸ ਜਾਂ ਹਾਰਸ ਸ਼ੂ ਸ਼ੇਪਡ ਜਾਂ ਕਿਡਨੀ ਸ਼ੇਪ, ਘੋੜੇ ਦੇ ਖੁਰ ਵਰਗਾ ਜਾਂ ਕਿਡਨੀ ਦੀ ਸ਼ੇਪ ਵਰਗਾ ਨਿਊਕਲੀਅਸ ਹੈ, ਬਟ ਇਹ ਹਿਡਨ ਹੈ ਲਾਰਜ ਗ੍ਰੈਨਿਊਲਸ ਦੇ ਵਿੱਚ ਜਿਹੜੇ ਕਿ ਸਾਰੇ ਦੇ ਸਾਰੇ ਸਾਈਟੋਪਲਾਜ਼ਮ ਦੇ ਵਿੱਚ ਪ੍ਰੈਜ਼ੈਂਟ ਹੋਣਗੇ। So this is the another diagram showing the smear with basophil. So basophil ਦੇ ਵਿੱਚ horseshoe shaped nucleus ਜਾਂ kidney shaped nucleus present ਹੈ ਅਤੇ all over the cytoplasm there is the presence of granules. ਸੋ ਨਾਓ ਇਹਦੇ ਨਾਲ ਕੀ ਹੈ ਸਾਡੇ ਸਾਰੇ ਗ੍ਰੈਨੂਲੇਟਡ ਜਾਂ ਗ੍ਰੈਨੂਲੋਸਾਈਟਸ ਕਵਰ ਹੋ ਜਾਂਦੇ ਆ। ਨਾਓ ਕਮਿੰਗ ਟੂ ਦਾ ਗ੍ਰੈਨੂਲੋਸਾਈਟਸ ਮਤਲਬ ਉਹ ਵਾਲੇ ਸੈਲਸ ਜਿਨ੍ਹਾਂ ਦੇ ਸਾਈਟੋਪਲਾਜ਼ਮ ਦੇ ਵਿੱਚ ਜਾਂ ਸੈਲਸ ਦੇ ਵਿੱਚ ਗ੍ਰੈਨੂਲਸ ਪ੍ਰੈਜ਼ੈਂਟ ਨਹੀਂ ਹੈ। ਸੋ ਉਹਦੇ ਵਿੱਚ ਸਾਡੇ ਕੋਲ 2 ਤਰ੍ਹਾਂ ਦੇ ਸੈਲਸ ਹੈ, ਲਿੰਫੋਸਾਈਟਸ ਐਂਡ ਮੋਨੋਸਾਈਟਸ। ਨੋ ਫਸਟ ਵਨ ਇਜ਼ ਦ ਲਿੰਫੋਸਾਈਟਸ। ਸੋ lymphocyte has small rounded ਇਹ ਛੋਟੇ ਗੋਲ ਦਿਖਣੇ ਵਾਲੇ ਸੈਲਸ ਹੈ। ਸੋ ਲਿੰਫੋਸਾਈਟ ਹੈਜ਼ ਲਾਰਜ ਸਫੈਰੀਕਲ ਨਿਊਕਲੀਅਸ ਪ੍ਰੈਜ਼ੈਂਟ। ਜਿਹਦਾ ਨਿਊਕਲੀਅਸ ਵੀ ਆ ਉਹ ਵੀ ਗੋਲਾਕਾਰ ਪ੍ਰੈਜ਼ੈਂਟ ਹੋਏਗਾ ਸੈਂਟਰ ਦੇ ਵਿੱਚ। ਸੋ ਇਹਦਾ ਕਾਊਂਟ 1300 ਤੋਂ ਲੈ ਕੇ 4000 ਪਰ ਕਿਊਬਿਕ ਮਿਲੀਮੀਟਰ ਹੋ ਸਕਦਾ। ਮਤਲਬ 1 ਕਿਊਬਿਕ ਮਿਲੀਮੀਟਰ ਦੇ ਵਿੱਚ 1300 ਤੋਂ ਲੈ ਕੇ 4000 ਤੱਕ ਲਿੰਫੋਸਾਈਟਸ ਦੀ ਪ੍ਰੈਜ਼ੈਂਸ ਹੋ ਸਕਦੀ ਹੈ। ਡਾਇਆਮੀਟਰ ਆਫ ਲਿੰਫੋਸਾਈਟ ਇਜ਼ 7 to 8 ਮਾਈਕਰੋਮੀਟਰ in small lymphocyte. The large lymphocytes it is 12 to 15 micrometer so diameter hai. So total WBC the population the 30% is the lymphocyte. Lifespan of the lymphocyte is in weeks. So lymphocytes ਦੀ ਜਿਹੜੀ ਲਾਈਫ ਸਪੈਨ ਆ ਜ਼ਿੰਦਗੀ ਆ ਟੋਟਲ ਉਹ ਕੁਛ ਹਫ਼ਤੇ ਤੱਕ ਹੋ ਸਕਦੀ ਆ। ਫੰਕਸ਼ਨ T lymphocytes are responsible for cell mediated immunity. B lymphocytes are responsible for humoral immunity or antibody production. So T lymphocytes ਜਾਂ B lymphocytes ਜਿਹੜੇ ਹੈਗੇ ਆ immunity ਦੇ ਵਿੱਚ ਰੋਲ ਪਲੇ ਕਰਦੇ ਆ। T lymphocytes cell mediated immunity ਦੇ ਵਿੱਚ ਰੋਲ ਪਲੇ ਕਰਦੇ ਆ ਅਤੇ lymphocytes responsible ਆ humoral immunity ਦੇ ਵਿੱਚ, ਜਿਹਦੇ ਵਿੱਚ ਕੀ ਹੈ ਐਂਟੀਬੋਡੀ ਪ੍ਰੋਡਿਊਸ ਹੁੰਦੀ ਆ। ਸੋ ਦੋਨੋਂ ਹੀ ਤਰ੍ਹਾਂ ਦੀ ਇਮਿਊਨਿਟੀ ਇਨਫੈਕਸ਼ਨ ਨੂੰ, ਫੋਰਨ ਪੈਥੋਜਨ ਨੂੰ ਜਾਂ ਫੋਰਨ ਮਾਈਕਰੋਬ ਨੂੰ ਬੋਡੀ 'ਚੋਂ ਬਾਹਰ ਰਿਮੂਵ ਕਰਨ ਦੇ ਵਿੱਚ ਹੈਲਪ ਕਰਦੇ ਆ। ਦੇ ਆਰ ਰੈਕੋਗਨਾਈਜ਼ਡ ਐਂਡ ਹੈਵ ਅ ਮੈਮਰੀ ਆਫ ਇਨਵੇਡਿੰਗ ਬੈਕਟੀਰੀਆ ਐਂਡ ਵਾਇਰਸਿਸ, ਫੰਕਸ਼ਨ ਇਨ ਡਿਸਟਰੋਇੰਗ ਕੈਂਸਰ ਸੈੱਲ। ਦੇ ਪ੍ਰੈਜ਼ੈਂਟ ਐਂਟੀਜਨ ਟੂ ਐਕਟੀਵੇਟ ਅਦਰ ਸੈਲਸ ਟੂ ਦ ਇਮਿਊਨ ਰਿਸਪੌਂਸ। ਸੋ ਲਿੰਫੋਸਾਈਟਸ ਦਾ ਰੋਲ ਕੈਂਸਰ ਸੈਲਸ ਨੂੰ ਖ਼ਤਮ ਕਰਨ ਦੇ ਵਿੱਚ ਵੀ ਆ ਅਤੇ ਮੋਸਟਲੀ ਇਹ ਐਂਟੀਜਨਸ ਨੂੰ ਰਿਪਰਜੈਂਟ ਕਰਦੇ ਆ ਹੋਰ ਸੈਲਸ ਨੂੰ, ਤਾਂ ਜੋ ਇਮਿਊਨ ਸਿਸਟਮ ਐਕਟਿਵ ਹੋ ਕੇ ਇਹਨਾਂ ਨੂੰ ਨਿਊਟਰਲਾਈਜ਼ ਕਰ ਸਕੇ।
ਸੋ ਬੇਸਿਕਲੀ ਲਿੰਫੋਸਾਈਟਸ ਦਾ ਮੇਨ ਰੋਲ ਬੋਡੀ ਦੇ ਇਮਿਊਨਿਟੀ ਨੂੰ ਸਟਰੋਂਗ ਕਰਨ, ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਵਿੱਚ ਹੈ। ਸੋ ਦਿਸ ਇਜ਼ ਅ 3 ਡਾਇਮੈਂਸ਼ਨਲ ਸਟਰਕਚਰ ਆਫ ਲਿੰਫੋ ਸਾਈਟ। ਸੋ ਇਹਦੇ ਵਿੱਚ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਹੈ ਕਿ ਜਿਹੜਾ ਨਿਊਕਲੀਅਸ ਹੈਗਾ ਉਹ ਬਿਲਕੁਲ ਸਫੈਰੀਕਲ ਆ, ਗੋਲ ਹੈ, ਅਤੇ ਇਹਨੇ ਮੈਕਸੀਮਮ ਸੈੱਲ ਦਾ ਏਰੀਆ ਸੈਂਟਰ 'ਚ ਕਵਰ ਕੀਤਾ ਹੋਇਆ, ਅਤੇ ਇਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਗ੍ਰੈਨੂਲਸ ਪ੍ਰੈਜੈਂਟ ਨਹੀਂ ਹੈ। ਸੋ ਦਿਸ ਇਜ਼ ਦਾ ਅਨਦਰ ਡਾਇਗਰਾਮ ਆਫ ਸਮੀਅਰ, ਬਲੱਡ ਸਮੀਅਰ ਵਿਦ ਲਿੰਫੋਸਾਈਟ। ਸੋ ਸੈੱਲ ਵੀ ਸਫੈਰੀਕਲ ਹੈ, ਗੋਲ ਹੈ, ਅਤੇ ਨਿਊਕਲੀਅਸ ਵੀ ਗੋਲ ਹੈ, ਅਤੇ ਇਹਦੇ ਵਿੱਚ ਕਿਤੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਗ੍ਰੈਨੂਲਸ ਪ੍ਰੈਜੈਂਟ ਨਹੀਂ ਹੈ। ਸੋ ਨੈਕਸਟ ਗ੍ਰੈਨੂਲੋਸਾਈਟ ਇਜ਼ ਦਾ ਮੋਨੋਸਾਈਟਸ। ਸੋ ਇਹ ਲਾਰਜੈਸਟ ਆਫ ਦਾ ਟਾਈਪ ਆਫ ਵਾਈਟ ਬਲੱਡ ਸੈਲਸ। ਇਹ ਵਾਈਟ ਬਲੱਡ ਸੈਲਸ ਦੇ ਵਿੱਚੋਂ ਇਹਨਾਂ ਦਾ ਆਕਾਰ ਸਭ ਤੋਂ ਜ਼ਿਆਦਾ ਵੱਡਾ ਹੁੰਦਾ, ਅਤੇ ਇਹਨਾਂ ਦਾ ਨਿਊਕਲੀਅਸ ਬੀਨ ਜਿਹੜੇ ਰਾਜਮਾ ਜਿੱਦਾਂ ਕਿਡਨੀ ਸ਼ੇਪ ਉੱਦਾਂ ਦਾ, ਜਾਂ ਕਿਡਨੀ ਸ਼ੇਪ ਨਿਊਕਲੀਅਸ ਹੋ ਸਕਦਾ। ਸੋ ਇਟਸ ਨਿਊਕਲੀਅਸ ਇਜ਼ ਬੀਨ ਔਰ ਕਿਡਨੀ ਸ਼ੇਪ, differentiated from basophil as the nucleus of the monocyte is eccentric। ਸੋ ਬੇਸੋਫਿਲ ਅਤੇ ਮੋਨੋਸਾਈਟ ਦੋਨਾਂ ਦੇ ਵਿੱਚ ਹੀ ਜਿਹੜਾ ਨਿਊਕਲੀਅਸ ਪ੍ਰੈਜੈਂਟ ਹੈ ਉਹ ਕਿਡਨੀ ਸ਼ੇਪ ਹੈ, ਜਾਂ ਹੌਰਸਸ਼ੂ ਸ਼ੇਪ, ਜਾਂ ਬੀਨ ਸ਼ੇਪਡ ਰਾਜਮਾ ਦੇ ਦਾਣੇ ਵਰਗਾ ਉਹਦਾ ਨਿਊਕਲੀਅਸ ਪ੍ਰੈਜੈਂਟ ਹੋਏਗਾ। ਬਟ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਜਿਹੜਾ ਨਿਊਕਲੀਅਸ ਕਿਡਨੀ ਸ਼ੇਪ ਜਾਂ ਬੀਨ ਸ਼ੇਪ ਨਿਊਕਲੀਅਸ ਹੈ ਬੇਸੋਫਿਲ ਦੇ ਵਿੱਚ ਸੈਂਟਰ 'ਚ ਪ੍ਰੈਜੈਂਟ ਹੈ, ਬਟ ਮੋਨੋਸਾਈਟ ਦੇ ਵਿੱਚ ਇਹ ਸੈਂਟਰ 'ਚ ਪ੍ਰੈਜੈਂਟ ਨਹੀਂ ਹੁੰਦਾ। ਸੈਂਟਰ ਥੋੜ੍ਹਾ ਜਿਹਾ ਅੱਗੇ ਪ੍ਰੈਜੈਂਟ ਹੋਏਗਾ, ਥੋੜ੍ਹਾ ਸੈਂਟਰ ਦੇ ਵਿੱਚ ਨਾ ਹੋ ਕੇ ਅੱਗੇ ਪਿੱਛੇ ਪ੍ਰੈਜੈਂਟ ਹੋਏਗਾ, ਉਹਨੂੰ ਆਪਾਂ ਈ ਸੈਂਟਰਿਕ ਕਹਾਂਗੇ। ਸੋ ਕਾਊਂਟ ਮੋਨੋਸਾਈਟ ਦਾ ਇਜ਼ 200 to 800 ਮੋਨੋਸਾਈਟ ਪਰ ਕਿਊਬਿਕ ਮਿਲੀਮੀਟਰ, ਟਰਨ ਇਨ ਟੂ ਮੈਕਰੋਫੈਜਿਸ ਵੈਨ ਦੇ ਐਗਜ਼ਿਸਟ ਇਨ ਬਲੱਡ ਸਟਰੀਮ। ਸੋ ਮੋਨੋਸਾਈਟ ਜਿਹੜੇ ਹੈ ਟਾਈਮ ਦੇ ਨਾਲ ਮੈਕਰੋਫੈਜਿਸ ਦੇ ਵਿੱਚ ਕਨਵਰਟ ਹੋ ਜਾਂਦੇ ਆ। ਮੈਕਰੋ ਮੀਨਸ ਵੱਡਾ, ਫਾਜਿਸ ਮੀਨਸ ਟੂ ਈਟ। ਸੋ ਉਹ ਵਾਲੇ ਸੈਲਸ ਜਿਹੜੇ ਵੱਡੇ ਸੈਲਸ ਜਿਹੜੇ ਦੂਜੇ ਛੋਟੇ ਸੈਲਸ ਨੂੰ ਜਿਹੜੇ ਕਿ ਫੋਰਨ ਮਾਈਕਰੋਬਸ ਆ ਉਹਨਾਂ ਨੂੰ ਖਾ ਕੇ ਖ਼ਤਮ ਕਰਨ ਅਤੇ ਇਮਿਊਨਿਟੀ ਨੂੰ ਬੂਸਟ ਕਰਨ ਆਪਾਂ ਮੈਕਰੋਫੈਜਿਸ ਕਹਿੰਦੇ ਹਾਂ। ਸੋ ਮੋਨੋਸਾਈਟ ਟਾਈਮ ਦੇ ਨਾਲ ਮੈਕਰੋਫੈਜਿਸ 'ਚ ਕਨਵਰਟ ਹੋ ਜਾਂਦੇ ਆ। ਸੋ ਡਾਇਆਮੀਟਰ ਆਫ ਮੋਨੋਸਾਈਟ ਇਜ਼ 15 to 30 ਮਾਈਕਰੋਮੀਟਰ। ਸੋ ਇਟ ਇਜ਼ 5.3% ਆਫ ਟੋਟਲ WBC। ਸੋ ਇਹਨਾਂ ਦੀ ਪਰਸੈਂਟੇਜ ਸਿਰਫ 5.3% ਹੈ ਟੋਟਲ WBC ਦਾ। ਲਾਈਫ ਸਪੈਨ ਆਫ ਦਾ ਮੋਨੋਸਾਈਟ ਇਜ਼ few hours to few days, ਕੁਛ ਘੰਟਿਆਂ ਤੋਂ ਲੈ ਕੇ ਕੁਛ ਦਿਨਾਂ ਤੱਕ ਇਹ ਸਰਵਾਈਵ ਕਰਦੇ ਆ ਬਲੱਡ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ। ਸੋ ਮੇਨ ਫੰਕਸ਼ਨ ਆਫ ਮੋਨੋਸਾਈਟ ਇਜ਼ it enters into the tissue where they become larger and turn into a macrophages। ਸੋ ਇਹ ਕੀ ਆ, ਸੈੱਲ ਮੀਡੀਏਟਡ ਇਮਿਊਨਿਟੀ ਵਿੱਚ ਰੋਲ ਪਲੇ ਕਰਦੇ ਆ। ਸੋ ਟਿਸ਼ੂ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਇਹਨਾਂ ਦਾ ਸਾਈਜ਼ ਵੱਧ ਜਾਂਦਾ ਅਤੇ ਇਹਨਾਂ ਨੂੰ ਮੈਕਰੋਫੈਜਿਸ ਕਿਹਾ ਜਾਂਦਾ, ਅਤੇ ਉਹ ਡਾਇਰੈਕਟਲੀ ਫੋਰਨ ਪੈਥੋਜਨ ਜਾਂ ਮਾਈਕਰੋਬਸ ਨੂੰ ਖਾ ਕੇ ਖ਼ਤਮ ਕਰ ਦਿੰਦੇ ਆ। ਉਸ ਪ੍ਰੋਸੀਜਰ ਨੂੰ ਆਪਾਂ ਫੈਗੋਸਾਈਟੋਸਿਸ ਕਹਿੰਦੇ ਹਾਂ। ਸੋ ਮੋਨੋਸਾਈਟ ਡਿਸਟਰੋਏ ਓਲਡ ਡੈਮੇਜ ਐਂਡ ਡੈਡ ਸੈਲਸ ਇਨ ਦਾ ਬੋਡੀ। ਮੋਨੋਸਾਈਟ ਜਿਹੜੇ ਆ ਪੁਰਾਣੇ ਬੁੱਢੇ ਹੋ ਚੁੱਕੇ ਸੈਲਸ ਅਤੇ ਡੈਮੇਜ ਸੈਲਸ ਨੂੰ ਵੀ ਫੈਗੋਸਾਈਟੋਸਿਸ ਦੇ ਪ੍ਰਕਿਰਿਆ ਦੇ ਰਾਹੀਂ ਬੋਡੀ 'ਚ ਰਿਮੂਵ ਕਰਦੇ ਆ। ਸੋ ਦਿਸ ਇਜ਼ ਦਾ 3 ਡਾਇਮੈਂਸ਼ਨਲ ਸਟਰਕਚਰ। ਸੋ ਇਹ ਵੀ ਕਿਡਨੀ ਸ਼ੇਪਡ ਹੈ, ਬਟ ਇਹ ਸੈਂਟਰ 'ਚ ਪ੍ਰੈਜੈਂਟ ਨਾ ਹੋ ਕੇ ਨਿਊਕਲੀਅਸ ਇਹਦਾ ਸਾਈਡ 'ਤੇ ਈ ਸੈਂਟਰਿਕ ਸੈਂਟਰ ਤੋਂ ਥੋੜ੍ਹਾ ਜਿਹਾ ਹਟ ਕੇ ਪ੍ਰੈਜੈਂਟ ਹੈ। ਇਸ ਕਰਕੇ ਇਹਨੂੰ ਆਪਾਂ ਈ ਸੈਂਟਰਿਕ ਕਿਡਨੀ ਜਾਂ ਬੀਨ ਸ਼ੇਪ ਨਿਊਕਲੀਅਸ ਕਹਾਂਗੇ, ਜਿਹੜਾ ਇਹਨੂੰ ਵੱਖ ਕਰਦਾ ਹੈ ਬੇਸੋਫਿਲ ਦੇ ਨਾਲ, ਜਿਹੜਾ ਜਿਹਦੇ ਵਿੱਚ ਵੀ ਕੀ ਹੌਰਸ਼ੂ ਸ਼ੇਪ ਜਾਂ ਕਿਡਨੀ ਸ਼ੇਪ ਨਿਊਕਲੀਅਸ ਪ੍ਰੈਜੈਂਟ ਹੁੰਦਾ, ਬਟ ਉਹ ਸੈਂਟਰ 'ਚ ਪ੍ਰੈਜੈਂਟ ਹੁੰਦਾ। ਸੋ ਅਗੇਨ ਦਿਸ ਨੈਕਸਟ ਸਲਾਈਡ ਵਿਲ ਸ਼ੋ ਦਾ ਬਲੱਡ ਸਮੀਅਰ ਵਿਦ ਮੋਨੋਸਾਈਟ। ਸੋ ਮੋਨੋਸਾਈਟ ਸਾਨੂੰ ਨਜ਼ਰ ਆ ਰਿਹਾ ਕਿਡਨੀ ਸ਼ੇਪ ਹੈ, ਬੀਨ ਸ਼ੇਪ ਜਾਂ ਹੋਰਸ਼ੂ ਸ਼ੇਪਡ ਹੈ, ਬਟ ਪੋਜੀਸ਼ਨ ਆਫ ਦਿਸ ਨਿਊਕਲੀਅਸ ਇਜ਼ ਨੋਟ ਇਨ ਦਾ ਸੈਂਟਰ। ਸੋ ਇਹ ਸੈਂਟਰ ਥੋੜ੍ਹਾ ਜਿਹਾ ਹਟ ਕੇ ਆ, ਉਸਨੂੰ ਆਪਾਂ ਈ ਸੈਂਟਰਿਕ ਨਿਊਕਲੀਅਸ ਕਹਿ ਦਾਂਗੇ। ਤਾਂ ਪਿਕਚਰ ਤੋਂ ਬਿਲਕੁਲ ਕਲੀਅਰ ਆ ਕਿ ਇਹਨਾਂ ਦੇ ਸਾਈਟੋਪਲਾਜ਼ਮ ਦੇ ਵਿੱਚ ਵੀ ਕਿਤੇ ਵੀ ਗ੍ਰੈਨੂਲਸ ਦਾਣੇਦਾਰ ਸਟਰਕਚਰ ਜਿਹੜਾ ਹੈਗਾ ਉਹ ਪ੍ਰੈਜੈਂਟ ਨਹੀਂ ਹੈਗਾ। ਸੋ with this we have covered our classification of WBCs and basic features and characteristics of the WBCs. Thanks.